व्यूअर्स वेलकम बैक टू न्यूज़ TV 84 ब्रेक तो बाद हुणे ਅਸੀਂ ਗੱਲਬਾਤ ਕਰਦੇ ਹਾਂ ਸਰਦਾਰ ਹਰਪ੍ਰੀਤ ਸਿੰਘ ਜੀ ਨਾਲ ਮੀਡੀਆ ਪਰਸਨੈਲਿਟੀ ਫਰਮ ਕੈਨੇਡਾ ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ और जिन्ने भी ਸਾਡੇ ਦਰਸ਼ਕ और ਸਰੋਤੇ ਨੇ ਜੀ TV84.tv ਦੇ ਜੀ ਉਹਨਾਂ ਸਾਰਿਆਂ ਨੂੰ जी आनू और उन्होंने धन्यवाद कि रेडियो प्रोग्राम और TV प्रोग्राम जिहड़ा वो सुनते भी नहीं तो देखते भी नहीं जी तो वीर जी आज तुहाडे नाल एक विषय ते गलबात करना चाहांगे जिस तुसीं जानदे कि भारत दी जदों मैं किहड़ी सरकार आई है भारत दे विच उहने हमेशा सिखां दे उपर जुल्म कीता चाहे नवंबर 84 दा घल्लूकारा होवे अभी नवंबर 84 दी सिख नस्लकुशी होवे जां जून 84 दा घल्लूकारा होवे जां उस तो बाद भी सिखां नूं किस तरह चुन चुन के फेक एनकाउंटर्स राहीं मारिया गया जां फिर अज भी साडे बच्चे किस तरह नशे दे दलदल दे विच डुब्बे होए ने वी नो कि इहदा सारिਆਂ ਦਾ हल खालिस्तान है पर अक्सर जिस लोगों ने ਅਸੀਂ ਗੱਲਬਾਤ ਕਰਦੇ ਹਾਂ खालिस्तान ਦੀ ਤਾਂ ਹਮੇਸ਼ਾ ਸਾਨੂੰ ਇਹੀ ਕਹਿੰਦੇ ਨੇ ਜਾਂ ਪੁੱਛਦੇ ਨੇ ਕਿ ਖਾਲਿਸਤਾਨ ਦੀ ਇਕਨੋਮੀ ਕੀ ਹੋਵੇਗੀ ਜਾਂ ਕਿਵੇਂ ਖਾਲਿਸਤਾਨ ਸਟੇਬਲ ਹੋਵੇਗਾ ਅਸੀਂ ਚਾਹਾਂਗੇ ਕਿ ਅੱਜ ਤੁਸੀਂ ਸਾਨੂੰ ਇਸ ਬਾਰੇ ਜਾਣਕਾਰੀ ਦਿਓ ਹਾਂਜੀ ਰੀਤ ਜੀ ਸਭ ਤੋਂ ਪਹਿਲਾਂ ਮੈਂ ਇਹ ਗੱਲ ਜ਼ਰੂਰ ਕਰਨੀ ਚਾਹਾਂਗਾ ਜੀ ਕਿ ਆਜ਼ਾਦੀ ਜਿਹੜੀ ਹੈਗੀ ਆ ਔਰ ਮੈਂ ਇਹ ਗੱਲ ਬਾਰ-ਬਾਰ ਕਹਿਣਾ ਹੁੰਨਾ ਔਰ ਮੇਰਾ ਫਰਜ਼ ਬਣਦਾ ਕਿ ਜਿੰਨੀ ਕੁ ਵਾਰ ਮੈਂ ਇਹ ਗੱਲ ਕਰ ਸਕਾਂ 19 ਵਾਰ ਇਹ ਗੱਲ ਥੋੜੀ ਹੈ ਸਭ ਤੋਂ ਪਹਿਲੀ ਗੱਲ ਇਹ ਹੈਗੀ ਆ ਕਿ ਆਜ਼ਾਦੀ ਜਿਹੜੀ ਹੈਗੀ ਉਹ ਕਿਸੇ ਵੀ ਪੈਰਾਮੀਟਰ ਦਾ ਮੁਹਤਾਜ ਨਹੀਂ ਹੁੰਦੀ ਉਹ ਡਿਪੈਂਡੈਂਟ ਨਹੀਂ ਹੁੰਦੀ ਕਿਸੇ ਵੀ ਚੀਜ਼ ਦੇ ਉੱਤੇ ਜੀ ਕਿ ਉਹ ਡਿਪੈਂਡੈਂਟ ਨਹੀਂ ਹੁੰਦੀ ਹੈਗੀ ਕਿ ਇਕਨੋਮੀ ਕਿਹੋ ਜਿਹੀ ਹੋਏਗੀ ਉਹ ਡਿਪੈਂਡੈਂਟ ਨਹੀਂ ਹੁੰਦੀ ਹੈਗੀ ਕਿ ਉੱਥੋਂ ਦਾ ਸੰਵਿਧਾਨ ਕਿਹੋ ਜਿਹਾ ਹੋਏਗਾ ਭਾਵੇਂ ਕਿ ਇਹ ਗੱਲਾਂ ਬਹੁਤ ਜ਼ਰੂਰੀ ਨੇ ਪਰ ਕਿਉਂਕਿ ਆਜ਼ਾਦੀ ਇੱਕ ਸੰਕਲਪ ਹੈ ਕਿਉਂਕਿ ਆਜ਼ਾਦੀ ਜਿਹੜੀ ਉਹ ਇੱਕ ਆਮ ਇਕੱਲੇ ਮਨੁੱਖ ਦੀ ਗੱਲ ਨਹੀਂ ਹੈਗੀ ਹਾਂਜੀ ਦੁਨੀਆ ਦੇ ਉੱਤੇ ਜਿੰਨੇ ਵੀ ਜੀਵ ਨੇ ਉਹਨਾਂ ਦੀ ਇੱਕ ਜਿਹੜੀ ਬੇਸਿਕ ਮੈਂਟਲ ਕਨਫੀਗਰੇਸ਼ਨ ਹੈਗੀ ਆ ਉਹਦਾ ਇੱਕ ਬਹੁਤ ਅਹਿਮ ਹਿੱਸਾ ਹੈ ਜੀ ਉਹ ਕੋਈ ਵੀ ਤੁਸੀਂ ਤੋਤੇ ਨੂੰ ਲੈ ਲਓ ਤੁਸੀਂ ਕਾਂ ਨੂੰ ਲੈ ਲਓ ਕਿਸੇ ਤੁਸੀਂ ਪ੍ਰਾਣੀ ਨੂੰ ਲੈ ਲਓ ਜਿਹਨੂੰ ਤੁਸੀਂ ਪਿੰਜਰੇ ਦੇ ਵਿੱਚ ਡੱਕਦੇ ਹੋ ਉਹਨੂੰ ਤੁਸੀਂ ਕਿੰਨੀ ਵਾਰੀ ਇਹ ਗੱਲ ਕਹਿ ਲਓ ਕਿ ਹਾਂ ਅਸੀਂ ਤੈਨੂੰ ਵਧੀਆ ਖਾਣਾ ਵੀ ਦੇਵਾਂਗੇ ਤੈਨੂੰ ਅਸੀਂ ਵਧੀਆ এনवायरमेंट ਵੀ ਦੇਵਾਂਗੇ ਲੋਕਾਂ ਦਾ ਆਲੇ ਦੁਆਲੇ ਤਾਂਤਾ ਵੀ ਲੱਗਾ ਹੋਏਗਾ ਪਰ ਤੈਨੂੰ ਗੁਲਾਮ ਰਹਿਣਾ ਪਏਗਾ ਕਿਤੇ ਨਾ ਕਿਤੇ ਉਹ ਆ ਕੇ ਇਹ ਗੱਲ ਨੂੰ ਕਹਿੰਦਾ ਕਿ ਨਹੀਂ ਮੈਨੂੰ ਗੁਲਾਮ ਰਹਿਣਾ ਪਸੰਦ ਨਹੀਂ ਜੀ ਮੈਨੂੰ ਤੁਸੀਂ ਆਜ਼ਾਦ ਕਰੋ ਚਾਹੇ ਉਸ ਆਜ਼ਾਦੀ ਦੇ ਵਿੱਚ ਮੈਂ ਕਿਸ ਵੀ ਹਾਲਾਤ ਦੇ ਵਿੱਚ ਕਿਉਂ ਨਾ ਰਵਾਂ ਹਾਂਜੀ ਔਰ ਇਹ ਸਾਡੇ ਸਾਹਿਤ ਦਾ ਇੱਕ ਬਹੁਤ ਵੱਡਾ ਹਿੱਸਾ ਬਣ ਚੁੱਕਿਆ ਇਕੱਲਾ ਸਾਡੇ ਇਤਿਹਾਸ ਦਾ ਨਹੀਂ ਜਾਂ ਸਾਡੇ ਸਾਹਿਤ ਦਾ ਨਹੀਂ ਜਿਹੜਾ ਦੁਨੀਆ ਦਾ ਸਾਹਿਤ ਹੈ ਉਹਦੇ ਵਿੱਚ ਇੱਕ ਬੜਾ ਇੱਕ ਮੁਕਾਮੀ ਇਹਦਾ ਇੱਕ ਸਟੇਟਸ ਹੋ ਬਣ ਚੁੱਕਾ ਜਿਵੇਂ ਸਾਡੀਆਂ ਕਵਿਤਾਵਾਂ ਦੇ ਵਿੱਚ ਵੀ ਇਹ ਕਿਹਾ ਜਾਂਦਾ ਕਿ ਜਦੋਂ ਤੋਤੇ ਨੂੰ ਪੁੱਛਿਆ ਗਿਆ ਕਿ ਤੈਨੂੰ ਅਸੀਂ ਸੋਨੇ ਦੇ ਪਿੰਜਰੇ 'ਚ ਰੱਖਾਂਗੇ ਤੈਨੂੰ ਚੂਰੀ ਅਸੀਂ ਖਿਲਾਵਾਂਗੇ ਤੈਨੂੰ ਮਿਰਚਾਂ ਅਸੀਂ ਖਿਲਾਵਾਂਗੇ ਤੈਨੂੰ ਤੇਰੇ ਨਾਲ ਗੱਲਾਂ ਕਰਨਗੇ ਸਾਡੇ ਬੱਚੇ ਤੇ ਪਰ ਤੂੰ ਇਸ ਪਿੰਜਰੇ ਦੇ ਵਿੱਚ ਰਹਿਣਾ ਔਰ ਉਹ ਵਿੱਚ ਪਿੰਜਰੇ ਦੇ ਫੜਫੜਾ ਰਿਹਾ ਕਹਿੰਦਾ ਕਿ ਮੈਨੂੰ ਨਾ ਸੋਨੇ ਦਾ ਪਿੰਜਰਾ ਚਾਹੀਦਾ ਨਾ ਤੁਹਾਡੀਆਂ ਚੂਰੀਆਂ ਚਾਹੀਦੀਆਂ ਨੇ ਨਾ ਮੈਨੂੰ ਕਿਸੇ ਨਾਲ ਗੱਲਬਾਤ ਚਾਹੀਦੀ ਹੈ ਜੇਕਰ ਮੈਨੂੰ ਚਾਹੀਦਾ ਤੇ ਉਹ ਸਿਰਫ ਤੇ ਸਿਰਫ ਮੈਨੂੰ ਆਜ਼ਾਦੀ ਚਾਹੀਦੀ ਸੋ ਇਹ ਆਜ਼ਾਦੀ ਇੱਕ ਸੰਕਲਪ ਹੈ ਔਰ ਇਹ ਬੇਸਿਕ ਤੌਰ ਦੇ ਉੱਤੇ ਕਿਉਂਕਿ ਅਸੀਂ ਮਨੁੱਖ ਹਾਂ ਜੀ ਤੇ ਸਾਨੂੰ ਆਜ਼ਾਦੀ ਚਾਹੀਦੀ ਹੁੰਦੀ ਹੈ ਹੁਣ ਦੂਸਰੀ ਗੱਲ ਇਹ ਆ ਜਾਂਦੀ ਹੈ ਕਿ ਕਿਵੇਂ ਸਸਟੇਨ ਕਰੇਗੀ ਕਿ ਉਹ ਜਿਹੜੀ ਸਟੇਟ ਹੈਗੀ ਉਹ ਵਾਇਬਲ ਹੋਏਗੀ ਕਿ ਨਹੀਂ ਹੋਏਗੀ ਇਹ ਸਾਡੇ ਸਵਾਲਾਂ ਦਾ ਜਿਹੜਾ ਦੂਸਰਾ ਅੰਗ ਹੋਣਾ ਚਾਹੀਦਾ ਸੋ ਮੈਨੂੰ ਬੜਾ ਅਫਸੋਸ ਹੁੰਦਾ ਇਹ ਗੱਲ ਕਹਿ ਕੇ ਇਹ ਗੱਲ ਸੁਣ ਕੇ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਚਾਹੇ ਉਹ ਪੜ੍ਹਿਆ ਲਿਖਿਆ ਬੰਦਾ ਹੋਵੇ PhD ਹੋਵੇ ਡਾਕਟਰ ਹੋਵੇ ਕਿਸੇ ਹੋਰ ਵਿਸ਼ੇ ਦੇ ਨਾਲ ਜੁੜਿਆ ਹੋਵੇ ਜਦੋਂ ਉਹਦੇ ਨਾਲ ਇਹ ਗੱਲ ਕੀਤੀ ਜਾਂਦੀ ਹੈ ਕਿ ਸਾਰੇ ਹਾਲਾਤਾਂ ਦਾ ਜਦੋਂ ਵਰਣਨ ਕੀਤਾ ਜਾਂਦਾ ਉਹਨਾਂ ਦੇ ਵਿੱਚ ਡਿਸਪੈਰਿਟੀਜ਼ ਦੀ ਗੱਲ ਕੀਤੀ ਜਾਂਦੀ ਆ ਉਹਨਾਂ ਦੇ ਵਿੱਚ ਇਨਜਸਟਿਸ ਦੀ ਗੱਲ ਕੀਤੀ ਜਾਂਦੀ ਆ ਬੇਇਨਸਾਫੀ ਦੀ ਗੱਲ ਕੀਤੀ ਜਾਂਦੀ ਆ ਉਹਨਾਂ ਦੇ ਵਿੱਚ ਕਿਸ ਤਰੀਕੇ ਨਾਲ ਤੁਹਾਡੇ ਨਾਲ ਧੱਕੇ ਹੋ ਰਹੇ ਨੇ ਉਹਨਾਂ ਦੀ ਗੱਲ ਕੀਤੀ ਜਾ ਰਹੀ ਆ ਉਹਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਾਡੀ ਜਵਾਨੀ ਦਾ ਖੂਨ ਡੋਲਿਆ ਗਿਆ ਉਹਦੀ ਗੱਲ ਕੀਤੀ ਜਾਂਦੀ ਆ ਜੀ ਹਰ ਇੱਕ ਗੱਲ ਦੇ ਉੱਤੇ ਬਹੁਤ ਸਾਰੇ ਜਿਹੜੇ ਸਾਡੇ ਪਤਵੰਤੇ ਸੱਜਣ ਨੇ ਜਾਂ ਬਹੁਤ ਸਾਰੇ ਜਿਹੜੇ ਸਾਡੇ ਪੜ੍ਹੇ ਲਿਖੇ ਲੋਕ ਨੇ ਮੈਂ ਪੜ੍ਹੇ ਲਿਖੇ ਲੋਕਾਂ ਦੀ ਇੱਥੇ ਗੱਲ ਕਰ ਰਿਹਾ ਜੀ ਉਹ ਲੋਕ ਜਿਨ੍ਹਾਂ ਨੂੰ ਪਤਾ ਕਿ ਮਿਲੀਅਨ ਦੇ ਨਾਲ ਕਿੰਨੀਆਂ ਸਿਫਰਾਂ ਨੇ ਬਿਲੀਅਨ ਦੇ ਨਾਲ ਕਿੰਨੀਆਂ ਸਿਫਰਾਂ ਨੇ ਜਾਂ $24 ਦਾ ਕੀ ਫਰਕ ਪੈਂਦਾ ਤੇ $24.17 ਕਿਹਨੂੰ ਮਿਲਦੇ ਆ ਉਹਦਾ ਕੀ ਫਰਕ ਪੈਂਦਾ ਕਿਸੇ ਦੀ ਇਕਨੋਮੀ ਤੇ ਕਿਸੇ ਦੇ ਘਰ ਦੇ ਹਾਲਾਤਾਂ ਦੇ ਉੱਤੇ ਜਿਨ੍ਹਾਂ ਨੂੰ ਇਹ ਗੱਲ ਪਤਾ ਜਦੋਂ ਉਹਨਾਂ ਦੇ ਨਾਲ ਇੱਕ ਕੌਮ ਦੇ ਘਰ ਦੀ ਗੱਲ ਕੀਤੀ ਜਾਂਦੀ ਹੈ ਮੈਂ ਸਿੱਖਾਂ ਦੀ ਗੱਲ ਕਰ ਰਿਹਾ ਜਦੋਂ ਕੌਮ ਦੇ ਘਰ ਦੀ ਗੱਲ ਕੀਤੀ ਜਾਂਦੀ ਹੈ ਭਾਵੇਂ ਕਿ ਉਹ ਇਸ ਗੱਲ ਨੂੰ ਤਸਲੀਮ ਕਰਦੇ ਨੇ ਕਿ ਭਾਰਤ ਦੀ ਜਿਹੜੀ ਹਕੂਮਤ ਨੇ ਸਿੱਖਾਂ ਦਾ ਹਮੇਸ਼ਾ
ਸਰਵਨਾਸ਼ ਕਰਨਾ ਲੋਚਿਆ। ਪਰ ਜਦੋਂ ਇਹ ਗੱਲ ਆਉਂਦੀ ਆ ਕਿ ਹੱਲ ਦੀ, ਜਦੋਂ ਤਾਂ ਮੇਰੇ ਨਾਲ ਗੱਲ ਕਰਦੇ ਨੇ ਕਿ ਹਾਂ ਇਹਦਾ ਹੱਲ, ਤੇ ਮੈਂ ਇਹ ਕਹਿੰਦਾ ਕਿ ਮੇਰੇ ਲਈ ਹੱਲ ਸਿਰਫ ਤੇ ਸਿਰਫ ਆਜ਼ਾਦੀ ਆ। ਪਰ ਪਤਾ ਨਹੀਂ ਕਿਉਂ ਉਹਨਾਂ ਦੇ ਮੱਥੇ ਦੇ ਉੱਤੇ ਡੋਰੀਆਂ ਪੈ ਜਾਂਦੀਆਂ ਇਸ ਗੱਲ ਨੂੰ ਸੁਣ ਕੇ। ਉਹ ਇੱਕ ਉਹਨਾਂ ਦਾ ਨੈਰੇਟਿਵ ਸਿਰਜ ਹੋ ਚੁੱਕਾ, ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਬਿਰਤਾਂਤ ਸਿਰਜਿਆ ਜਾ ਚੁੱਕਾ ਕਿ ਸ਼ਾਇਦ ਆਜ਼ਾਦੀ ਜਿਹੜੀ ਹੈਗੀ ਆ ਉਹ ਨਿਰਭਰ ਕਰਦੀ ਆ ਬੰਦਰਗਾਹ ਦੇ ਉੱਤੇ। ਹੁਣ ਮੈਨੂੰ ਇਹ ਮੇਰੇ ਦਿਮਾਗ ਦੇ ਵਿੱਚ ਸਵਾਲ ਇਹ ਬਾਰ-ਬਾਰ ਉੱਠਦਾ ਕਿ ਉਹ ਲੋਕ, ਚਾਹੇ ਉਹ ਪੜ੍ਹਿਆ ਲਿਖਿਆ ਚਾਹੇ ਉਹ ਅਨਪੜ੍ਹ ਲੋਕ ਨੇ, ਜੇਕਰ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਕਿ ਹਾਂ ਭਾਈ ਜੇ ਕਿਸੇ ਮੁਲਕ ਨੇ ਸਸਟੇਨ ਕਰਨਾ, ਜੇ ਕਿਸੇ ਮੁਲਕ ਦੀ ਇਕਨੋਮੀ ਵਧੀਆ ਹੋਣੀ ਹੈ ਤੇ ਉਹ ਬੰਦਰਗਾਹ ਦੇ ਸਿਰ ਦੇ ਉੱਤੇ ਹੋਣੀ ਜ਼ਰੂਰੀ ਹੈ, ਤੇ ਫਿਰ ਮੇਰਾ ਅੱਗੇ ਸਵਾਲ ਇਹ ਉੱਠਦਾ ਕਿ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਇਹ ਤਾਂ ਪਤਾ ਕਿ ਬੰਦਰਗਾਹ ਹੋਣੀ ਜ਼ਰੂਰੀ ਹੈ, ਫਿਰ ਉਹਨਾਂ ਲੋਕਾਂ ਨੂੰ ਇਹ ਕਿਉਂ ਨਹੀਂ ਪਤਾ ਕਿ ਦੁਨੀਆ ਦੇ ਵਿੱਚ 44 ਮੁਲਕ ਇਹੋ ਜਿਹੇ ਨੇ ਜਿਨ੍ਹਾਂ ਦੇ ਨਾਲ ਕੋਈ ਬੰਦਰਗਾਹ ਨਹੀਂ ਲੱਗਦੀ। ਔਰ ਉਹਨਾਂ 44 ਮੁਲਕਾਂ ਦੇ ਵਿੱਚ ਲਗਜ਼ਮਬਰਗ ਉਹਨਾਂ ਦੇ ਵਿੱਚ ਆ, ਸਵਿਟਜ਼ਰਲੈਂਡ ਉਹਨਾਂ ਦੇ ਵਿੱਚ ਆ, ਹੰਗਰੀ ਉਹਨਾਂ ਦੇ ਵਿੱਚ ਆ, ਲੈਂਕਨਸਟਾਈਨ ਉਹਨਾਂ ਦੇ ਵਿੱਚ ਆ। ਜੇਕਰ ਅਸੀਂ ਇਹ ਗੱਲ ਕਰਦੇ ਹਾਂ ਕਿ ਪਰ ਕੈਪੀਟਾ ਇਨਕਮ ਦੀ, ਲਗਜ਼ਮਬਰਗ ਦੀ ਪਰ ਕੈਪੀਟਾ ਇਨਕਮ ਜਿਹੜੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਹੈ, $1,13,000 ਪਰ ਕੈਪੀਟਾ ਉਹਨਾਂ ਦੀ ਇਨਕਮ ਆ, ਜਿਹੜੀ ਕਿ ਭਾਰਤ ਦੀ ਸਾਰੀ ਮੇਰੇ ਖਿਆਲ $2,500-3,000 ਪਰ ਕੈਪੀਟਾ ਇਨਕਮ ਆ। ਫਿਰ ਉਹਨਾਂ ਲੋਕਾਂ ਨੂੰ ਇਹ ਗੱਲ ਦਾ ਕਿਉਂ ਅਹਿਸਾਸ ਨਹੀਂ ਹੈ ਕਿ ਉਹਨਾਂ 44 ਮੁਲਕਾਂ ਦੇ ਵਿੱਚ 25 ਮੁਲਕ ਤਾਂ ਮੈਂ ਆਪ ਗਿਣੇ ਨੇ, 25 ਮੁਲਕਾਂ ਦੀ ਜਿਹੜੀ ਪਰ ਕੈਪੀਟਾ ਇਨਕਮ ਆ ਭਾਰਤ ਦੀ ਪਰ ਕੈਪੀਟਾ ਇਨਕਮ ਤੋਂ ਜ਼ਿਆਦਾ ਸਿਰਫ 19 ਮੁਲਕ ਇਹੋ ਜਿਹੇ ਨੇ ਜਿਨ੍ਹਾਂ ਦੀ ਪਰ ਕੈਪੀਟਾ ਇਨਕਮ ਭਾਰਤ ਦੀ ਪਰ ਕੈਪੀਟਾ ਇਨਕਮ ਤੋਂ ਪ੍ਰਤੀ ਵਿਅਕਤੀ ਇਨਕਮ ਜਿਹੜੀ ਹੈਗੀ ਆ ਉਹਦੇ ਤੋਂ ਘੱਟ ਹੈ। ਫਿਰ ਹੁਣ ਚਾਹੇ ਉਹ ਡਾਕਟਰ ਹੋਣ, ਚਾਹੇ ਉਹ ਕਿਸਾਨ ਹੋਣ, ਚਾਹੇ ਉਹ ਪੜ੍ਹੇ ਲਿਖੇ ਹੋਣ, ਚਾਹੇ ਉਹ ਅਨਪੜ੍ਹ ਹੋਣ, ਜੇਕਰ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਬਿਰਤਾਂਤ ਸਿਰਜਿਆ ਹੋਇਆ, ਜੇਕਰ ਇਹ ਨੈਰੇਟਿਵ ਜਿਹੜਾ ਹੈਗਾ ਉਹਨਾਂ ਦੇ ਦਿਮਾਗ ਦੇ ਵਿੱਚ ਸਿਰਜਿਆ ਹੋਇਆ ਕਿ ਸਾਨੂੰ ਬੰਦਰਗਾਹ ਲੱਗਣੀ ਜ਼ਰੂਰੀ ਆ, ਤੇ ਫਿਰ ਉਹਨਾਂ ਨੂੰ ਇਹਨਾਂ ਗੱਲਾਂ ਦਾ ਗਿਆਨ ਕਿਉਂ ਨਹੀਂ ਹੈ ਕਿ ਦੁਨੀਆ ਦੇ ਵਿੱਚ 44 ਮੁਲਕ ਨੇ ਜਿਨ੍ਹਾਂ ਦੇ ਨਾਲ ਬੰਦਰਗਾਹ ਨਹੀਂ ਲੱਗਦੀ। ਪਹਿਲੀ ਗੱਲ। ਹੁਣ ਇਹ ਵੀ ਨਹੀਂ ਕਿ ਅਸੀਂ ਇਸ ਗੱਲ ਤੋਂ ਕਿਨਾਰਾ ਕਰੀਏ ਕਿ ਸਾਡਾ ਉਹ ਮੁਲਕ ਕਿਸ ਤਰੀਕੇ ਦੇ ਨਾਲ ਸਸਟੇਨ ਕਰੇਗਾ। ਮੈਂ ਕੋਈ ਅਰਥ ਸ਼ਾਸਤਰੀ ਨਹੀਂ ਆ, ਮੈਂ ਆਮ ਲੋਕਾਂ ਵਾਂਗ ਇੱਕ ਆਮ ਵਿਅਕਤੀ ਆ, ਤੇ ਮੇਰੀਆਂ ਵੀ ਜਿਹੜੀ ਐਕਸੈਸ ਹੈਗੀ ਆ ਉਹ ਆਮ ਬੰਦੇ ਜਿੰਨੀ ਆ, ਚਾਹੇ ਉਹ ਕੰਪਿਊਟਰ ਦੇ ਉੱਤੇ ਹੈਗੀ ਆ, ਚਾਹੇ ਉਹ ਕਿਸੇ ਰਿਸੋਰਸ ਦੇ ਉੱਤੇ ਹੈਗੀ ਆ ਜਾਂ ਸੋਰਸ ਦੇ ਉੱਤੇ ਹੈਗੀ ਆ। ਹੁਣ ਮੈਂ ਕੁਝ ਕਿਉਂਕਿ ਮੇਰੇ ਦਿਮਾਗ ਦੇ ਵਿੱਚ ਇੱਕ ਸੰਕਲਪ ਸੀ, ਮੇਰੇ ਦਿਮਾਗ ਦੇ ਵਿੱਚ ਇੱਕ ਆਬਜੈਕਟਿਵ ਸੀ, ਲੈਟ ਅਸ ਸੀ ਵੀ ਕਿ ਇਹਦੀ ਗ੍ਰੈਵਿਟੀ ਕੀ ਹੈਗੀ ਆ, ਲੈਟ ਅਸ ਸੀ ਵੀ ਅਸੀਂ ਦੇਖੀ ਤਾਂ ਸਹੀ ਵੀ ਸਾਡਾ ਪੰਜਾਬ ਕਿੰਨਾ ਕੁ ਅਮੀਰ ਹੈ। ਮੈਂ ਸਿਰਫ 2-3 ਜਿਹੜੇ ਪੈਰਾਮੀਟਰਸ ਨੇ ਇਕਨੋਮੀ ਦੇ ਉਹਨਾਂ ਨੂੰ ਪਿਕ ਕੀਤਾ। ਉਹਨਾਂ ਦੇ ਵਿੱਚ ਜਿਹੜੀ ਮੈਨੂੰ ਇੱਕ ਚੀਜ਼ ਉਹ ਲੱਭੀ ਉਹ ਸੀ ਪੰਜਾਬ ਦੇ ਜਿਹੜੇ ਸਰੋਤ ਨੇ। ਕਿਹੜੇ ਸਰੋਤ ਨੇ ਪੰਜਾਬ ਦੇ? ਪੰਜਾਬ ਦੇ ਕੋਲ ਨੈਚੁਰਲ ਰਿਸੋਰਸਸ ਦੇ ਵਿੱਚ ਉਹਦੀ ਧਰਤੀ ਜਿਹੜੀ ਜ਼ਰਖੇਜ਼ ਸੀ ਕਿਸੇ ਸਮੇਂ, ਹੁਣ ਨਹੀਂ ਹੈ। ਪੰਜਾਬ ਦੀ ਧਰਤੀ ਔਰ ਪੰਜਾਬ ਦੇ ਪਾਣੀ ਜਿਹੜੇ ਸੀਗੇ ਉਹ ਇੱਕ ਮੁੱਖ ਤੌਰ ਦੇ ਉੱਤੇ ਪੰਜਾਬ ਦੇ ਜਿਹੜੇ ਖਜ਼ਾਨੇ ਨੇ, ਮੈਂ ਇਹ ਕਹਾਂ ਕਿ ਪੰਜਾਬ ਦੇ ਖਜ਼ਾਨੇ ਦਾ ਹਿੱਸਾ ਸੀ। ਹੁਣ ਦਿਮਾਗ ਦੇ ਵਿੱਚ ਮੇਰੇ ਗੱਲ ਇਹ ਆਉਂਦੀ ਆ ਕਿ ਜਦੋਂ ਅਸੀਂ ਕਹਿੰਦੇ ਨਾ ਕਿ ਸਾਡੇ ਕੋਲ ਹੋਵੇਗਾ ਕੀ, ਮੈਂ ਤੁਹਾਨੂੰ, ਕਿਉਂਕਿ ਸਮਾਂ ਹੁਣ ਬਿਲਕੁਲ ਥੋੜਾ, ਪਰ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਕਵਾਂਗਾ ਜਿੰਨੇ ਵੀ ਸਾਡੇ ਸਰੋਤੇ ਨੇ, ਔਰ ਮੈਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਰਾਹੀਂ ਇਹ ਗੱਲ ਨੂੰ ਇਨਵਾਈਟ ਕਰਨਾ ਚਾਹੁੰਦਾ ਉਹ ਸਾਰੇ ਲੋਕਾਂ ਨੂੰ ਜਿਹੜੇ ਕਿ ਇਕਨੋਮੀ ਦੇ ਨਾਲ ਜਾਂ ਜਿਹੜੇ ਇਕਨੋਮਿਕਸ ਦੇ ਨਾਲ ਸੰਬੰਧਿਤ ਨੇ ਕਿ ਘੱਟੋ ਘੱਟ ਇੱਕ ਵਾਰ ਸੋਚ ਕੇ ਦੇਖੀਏ। ਮੈਂ ਕੁਝ ਪੁਆਇੰਟ ਜਿਹੜੇ ਨੇ ਤੁਹਾਡੇ ਅੱਗੇ ਰੱਖਣੇ ਚਾਹੁੰਦਾ। ਕਿ ਜੇਕਰ ਅਸੀਂ ਪੰਜਾਬ ਦਾ ਪਾਣੀ 1 ਪੈਸੇ ਨੂੰ 1 ਲੀਟਰ ਦਿੱਤਾ ਹੁੰਦਾ ਤੇ 1966 ਤੋਂ ਪਹਿਲਾਂ ਦਾ ਇਹ ਪਾਣੀ ਜਾ ਰਿਹਾ, ਪਰ ਮੰਨ ਵੀ ਲੈਂਦੇ ਆ ਕਿ ਜੇਕਰ ਅਸੀਂ 1966 ਤੋਂ ਲੈ ਕੇ ਇਹ ਜਿੰਨਾ ਪਾਣੀ ਅੱਜ ਇਹ ਜਾ ਰਿਹਾ, ਜਿੰਨਾ ਪਾਣੀ ਦੀ ਸੁਪਰੀਮ ਕੋਰਟ ਦੇ ਵਿੱਚ ਅਰਜ਼ੀ ਲੱਗੀ ਹੋਈ ਹੈ ਕਿ ਇੰਨਾ ਪਾਣੀ 8.6 ਮਿਲੀਅਨ ਏਕੜ ਫੀਟ ਜਿਹੜਾ ਰਾਜਸਥਾਨ ਨੂੰ ਜਾ ਰਿਹਾ, 3.23 ਮਿਲੀਅਨ ਏਕੜ ਫੀਟ ਜਿਹੜਾ ਉਹ ਹਰਿਆਣੇ ਨੂੰ ਜਾ ਰਿਹਾ, ਔਰ ਇਸੇ ਤਰੀਕੇ ਨਾਲ 0.20 ਮਿਲੀਅਨ ਏਕੜ ਫੀਟ ਜਿਹੜਾ ਹੈਗਾ ਉਹ ਦਿੱਲੀ ਨੂੰ ਜਾ ਰਿਹਾ, ਜਿਹੜਾ ਕਿ ਤਿੰਨੇ ਸਟੇਟਸ ਨਾਨ ਰਾਈਪੇਰੀਅਨ ਸਟੇਟਸ ਨੇ। ਚਲੋ ਅਸੀਂ ਮੰਨ ਵੀ ਲੈਂਦੇ ਆ ਕਿ 1966 ਤੱਕ ਹਰਿਆਣਾ ਪੰਜਾਬ ਦਾ ਹੀ ਹਿੱਸਾ ਸੀ। ਚਲੋ 1966 ਤੋਂ ਲੈ ਕੇ ਜਦੋਂ ਉਹ ਪੰਜਾਬ ਦਾ ਹਿੱਸਾ ਨਹੀਂ ਰਿਹਾ ਤੇ ਉਹ ਨਾਨ ਰਾਈਪੇਰੀਅਨ ਸਟੇਟ ਬਣ ਗਿਆ। ਹੁਣ 1 ਪੈਸੇ ਨੂੰ 1 ਲੀਟਰ ਜੇਕਰ ਅਸੀਂ ਪਾਣੀ ਦਈਏ ਤਾਂ ਕੋਈ ਵੀ ਸਾਡਾ ਸਰੋਤਾ, ਕੋਈ ਵੀ ਸਾਡਾ ਦਰਸ਼ਕ ਜਿਹੜਾ ਹੈਗਾ, ਜਿਹੜਾ ਅੱਜ ਕੰਪਿਊਟਰ ਦੇ ਉੱਤੇ ਸਾਨੂੰ ਇਹ ਸੁਣ ਰਿਹਾ ਜਾਂ ਦੇਖ ਰਿਹਾ, ਤੇ ਉਹ
ਗੂਗਲ ਜ਼ਰੂਰ ਕਰੇ ਕਿ 1 ਏਕੜ ਫੀਟ ਦੇ ਵਿੱਚ ਕਿੰਨੇ ਲੀਟਰ ਪਾਣੀ ਹੁੰਦਾ। ਮੈਨੂੰ ਅੱਜ ਵੀ ਯਾਦ ਆ, ਮੈਂ ਕੋਈ ਕੰਪਿਊਟਰ ਅੱਗੇ ਨਹੀਂ ਬੈਠਾ, ਮੈਨੂੰ ਅੱਜ ਵੀ ਯਾਦ ਆ ਕਿ 12,33,486.8 1 ਲੀਟਰ ਜਿਹੜਾ ਪਾਣੀ ਹੈਗਾ ਉਹ 1 ਏਕੜ ਫੀਟ ਦੇ ਵਿੱਚ ਹੁੰਦਾ। ਯਾਨੀ ਕਿ 1 ਪੈਸੇ ਨੂੰ ਵੀ ਜੇ ਅਸੀਂ 1 ਲੀਟਰ ਦਈਏ, ਜਿਹੜਾ ਕਿ 1947 ਤੋਂ ਪਹਿਲਾਂ ਬੀਕਾਨੇਰ ਦੀ ਰਿਆਸਤ ਪੰਜਾਬ ਦੇ ਜਿਹੜੀ ਰਿਆਸਤਾਂ ਨੂੰ ਉਹ ਦਿੰਦੀ ਹੁੰਦੀ ਸੀ 12,971, ਉਸ ਸਮੇਂ ਦੇ ਵਿੱਚ ਇਹ 1 ਪੈਸੇ ਤੋਂ ਜ਼ਿਆਦਾ ਬਣਦਾ 1.06 ਜਿਹੜਾ ਰੁਪਈਆ ਇਹ ਉਸ ਸਮੇਂ ਦੇ ਹਿਸਾਬ ਨਾਲ ਬਣਦਾ। ਪਰ ਲੈਟ ਅਸ ਸੇ ਜਸਟ ਫॉर द ਸੇਕ ਆਫ ਐਨ ਫॉर ਅ ਕੈਲਕੂਲੇਸ਼ਨ ਅਸੀਂ ਇਹ ਕੈਲਕੂਲੇਟ ਕਰੀਏ ਕਿ ਅੱਜ ਦੇ ਦਿਨ ਦੇ ਵਿੱਚ ਉਹ ਕਿੰਨਾ ਪੈਸਾ ਬਣੇਗਾ। ਸਿਰਫ 1 ਪੈਸੇ ਨੂੰ 1 ਲੀਟਰ ਜੇਕਰ ਅਸੀਂ ਪਾਣੀ ਆਪਣਾ ਵੇਚਦੇ ਆ ਜੀ, ਤੇ ਪਿਛਲੇ 66 ਸਾਲਾਂ ਦੇ ਵਿੱਚ ਰੀਤ ਜੀ 7,27,103 ਕਰੋੜ ਰੁਪਏ ਦਾ ਪਾਣੀ ਜਿਹੜਾ ਹੈਗਾ ਇਹ ਸਾਡੇ ਤੋਂ ਉਹ ਲੁੱਟ ਕੇ ਲੈ ਚੁੱਕੇ ਨੇ। ਹੁਣ ਇੱਕ ਬੜਾ ਸਿਧਾਂਤਕ ਸਵਾਲ ਸਾਡੇ ਅੱਗੇ ਆਉਂਦਾ ਜਦੋਂ ਅਸੀਂ ਇਹ ਕਹਿੰਦੇ ਕਿ ਸਾਡੇ ਕੋਲ ਹੈ ਕੀ। ਹਾਂਜੀ, ਸਾਡੇ ਕੋਲ ਕੁਝ ਹੈ ਤਾਂ ਹੀ ਅਸੀਂ ਲੁੱਟੇ ਗਏ ਆ। ਬਿਲਕੁਲ, ਗਰੀਬ ਨੂੰ ਕੋਈ ਲੁੱਟਦਾ ਨਹੀਂ। ਜਿਹੜਾ ਆਲਰੇਡੀ ਇੱਕ ਲੁੱਟਿਆ ਹੋਇਆ ਬੰਦਾ ਉਹਨੂੰ ਤੁਸੀਂ ਕੀ ਲੁੱਟ ਲਓਗੇ। ਜੇਕਰ 7,27,103 ਕਰੋੜ ਰੁਪਏ ਦਾ ਪਾਣੀ ਸਿਰਫ ਤੁਸੀਂ ਪੰਜਾਬ ਤੋਂ ਲੁੱਟ ਕੇ ਲੈ ਗਏ ਹੋ। ਹਾਂਜੀ, ਔਰ ਪੰਜਾਬ ਦੇ ਸਿਰ ਅੱਜ ਦੇ ਟਾਈਮ 1,24,000 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਹੈਗਾ ਉਹ ਚੜਿਆ ਹੋਇਆ। ਜੇਕਰ 1,24,000 ਕਰੋੜ ਰੁਪਏ ਦਾ ਕਰਜ਼ਾ ਵੀ ਅਸੀਂ ਉਹਦੇ ਵਿੱਚੋਂ ਲਾ ਦਈਏ ਤੇ ਤਾਂ ਵੀ 6 ਲੱਖ ਕਰੋੜ ਤੋਂ ਉੱਪਰ ਜਿਹੜਾ ਪੈਸਾ ਸਾਡੇ ਖਜ਼ਾਨਿਆਂ ਦੇ ਵਿੱਚ ਅੱਜ ਹੋਣਾ ਸੀ। ਇਹ ਸਿਰਫ ਇੱਕ ਪੈਰਾਮੀਟਰ ਤੋਂ ਜਿਹੜੀ ਆ ਮੈਂ ਉਹ ਕੈਲਕੂਲੇਸ਼ਨ ਕੀਤੀ ਆ। ਦੂਸਰੀ ਚੀਜ਼, ਸਾਡਾ ਕੋਈ 3 ਮਿਲੀਅਨ ਜਿਹੜੇ ਸਿੱਖ ਨੇ, ਪੰਜਾਬੀ ਨੇ, ਉਹ ਭਾਰਤ ਦੀ ਕੈਦ ਤੋਂ ਬਾਹਰ ਨੇ, ਜਿਹੜੇ ਕਿ ਰੈਮਿਟੈਂਸਸ ਉੱਥੇ ਭੇਜਦੇ ਨੇ। ਰੀਤ ਜੀ, ਮੇਰਾ ਖਿਆਲ ਹੈ ਕਿ ਸਮਾਂ ਕੀ ਮੈਂ 1 ਮਿੰਟ 2 ਮਿੰਟ ਲੈ ਸਕਦਾ ਹੋਰ? We have 1 minute left actually. ਓਕੇ, ਤੇ ਜਿਹੜਾ ਅਸੀਂ ਰੈਮਿਟੈਂਸਸ ਭੇਜਦੇ ਆ, ਸਾਡੇ ਸਰੋਤੇ, ਸਾਡੇ ਦਰਸ਼ਕ ਇਹ ਜ਼ਰੂਰ ਯਾਦ ਰੱਖਣ ਕਿ ਪਿਛਲੇ ਸਾਲ 71 ਬਿਲੀਅਨ ਡਾਲਰ ਦੀਆਂ ਜਿਹੜੀਆਂ ਰੈਮਿਟੈਂਸਸ ਸੀਗੀਆਂ ਰਿਮਿਟ ਕੀਤਾ ਗਿਆ ਭਾਰਤ ਨੂੰ, ਉਹਨਾਂ ਦੇ ਵਿੱਚ ਘੱਟੋ ਘੱਟ 10 ਬਿਲੀਅਨ ਡਾਲਰ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਪੰਜਾਬ ਨੂੰ ਰੈਮਿਟੈਂਸਸ ਭੇਜੀਆਂ ਗਈਆਂ ਨੇ। ਔਰ ਅਸੀਂ ਇਹ ਅਨੁਮਾਨ ਲਗਾ ਸਕਦੇ ਹਾਂ ਕਿ ਪੰਜਾਬ ਦਾ ਪੂਰਾ ਬਜਟ ਜਿਹੜਾ ਹੈਗਾ ਉਸ ਚੀਜ਼ ਦੇ ਵਿੱਚੋਂ ਕੱਢਿਆ ਜਾ ਸਕਦਾ। ਅੱਜ ਮੈਂ, ਕਿਉਂਕਿ ਇਹ ਕਾਫੀ ਲੰਮਾ ਵਿਸ਼ਾ ਹੈ, ਜੇਕਰ ਅਸੀਂ ਤੰਦ ਬਾਈ ਤੰਦ ਦੀ ਉਧੇੜਨੀ ਹੋਵੇ ਤੇ ਬਹੁਤ ਟਾਈਮ ਲੱਗੇਗਾ। ਪਰ ਮੇਰੇ ਸਰੋਤਿਆਂ ਨੂੰ, ਸਾਡੇ ਦਰਸ਼ਕਾਂ ਨੂੰ ਇਹ ਸਵਾਲ ਮੈਂ ਇਨਵਾਈਟ ਕਰਕੇ ਜਾਣਾ ਉਹਨਾਂ ਨੂੰ ਕਿ ਇਹ ਇਕਨੋਮੀ ਦਾ ਇਹ ਪੱਖ ਉਹ ਸਿਰਫ 2 ਪੱਖਾਂ ਦੇ ਉੱਤੇ ਜੇ ਨਜ਼ਰਸਾਨੀ ਕਰਨ ਤੇ ਉਹਨਾਂ ਨੂੰ ਇਹ ਖਿਆਲ ਜ਼ਰੂਰ ਆਏਗਾ ਕਿ ਸਾਨੂੰ ਕੋਈ ਬੰਦਰਗਾਹ ਦੀ ਜ਼ਰੂਰਤ ਨਹੀਂ, ਸਾਨੂੰ ਇੱਜ਼ਤ ਦੀ ਜ਼ਰੂਰਤ ਹੈ, ਸਾਨੂੰ ਜਿਹੜਾ ਮਨੁੱਖਾਂ ਵਾਂਗ ਰਹਿਣ ਦੀ ਆਜ਼ਾਦੀ ਦੀ ਜ਼ਰੂਰਤ ਹੈ। ਔਰ ਉਹ ਸਾਨੂੰ ਆਜ਼ਾਦੀ ਜਿਹੜੀ ਸਿਰਫ ਤੇ ਸਿਰਫ ਖਾਲਿਸਤਾਨ ਦੇ ਵਿੱਚ ਮਿਲ ਸਕਦੀ ਹੈ। ਬਿਲਕੁਲ ਵੀਰ ਜੀ, ਵੀਰ ਜੀ, ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਕਿ ਤੁਹਾਨੂੰ ਅਸੀਂ ਹਮੇਸ਼ਾ ਰੈਗੂਲਰਲੀ ਗੱਲਬਾਤ ਕਰਦੇ ਹਾਂ, ਆਲਮੋਸਟ ਐਵਰੀ ਵੀਕ ਵੀ ਟਾਕ ਟੂ ਯੂ। ਪਰ ਜਿਸ ਤਰ੍ਹਾਂ ਅੱਜ ਅਸੀਂ ਇਕਨੋਮੀ ਦੀ ਗੱਲ ਕਰਦੇ, ਅਸੀਂ ਚਾਹਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਤਰ੍ਹਾਂ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਖਾਲਿਸਤਾਨ ਦਾ ਨਾਮ ਲੈਂਦੇ ਹੀ ਲੋਕਾਂ ਦੇ ਮੂੰਹ ਤੇ ਤੀੜੀਆਂ ਪੈ ਜਾਂਦੀਆਂ ਜਾਂ ਮੱਥੇ ਤੀੜੀਆਂ ਪੈ ਜਾਂਦੀਆਂ, ਕਿਉਂ ਲੋਕ ਡਰਦੇ ਨੇ ਖਾਲਿਸਤਾਨ ਦੇ ਨਾਮ ਤੋਂ? ਖਾਲਿਸਤਾਨ ਅਕੰਪਲਿਸ਼ ਹੁੰਦਾ ਤਾਂ ਅਸੀਂ ਕੀ ਹਾਸਿਲ ਕਰਾਂਗੇ? ਇਸ ਬਾਰੇ ਵੀ ਅਸੀਂ ਡੀਟੇਲ ਦੇ ਵਿੱਚ ਤੁਹਾਨੂੰ ਨੈਕਸਟ ਟਾਈਮ ਹੋਪਫੁਲੀ ਕੁਝ ਦਿਨਾਂ ਦੇ ਵਿੱਚ ਗੱਲਬਾਤ ਕਰਾਂਗੇ। ਪਰ ਵੀਰ ਜੀ, ਐਜ਼ ਵੀ ਸੈਡ ਬਿਫੋਰ ਕਿ ਟਾਈਮ ਬਹੁਤ ਲਿਮਿਟਡ, ਅੱਜ ਤੱਕ ਕੋਈ ਇਜਾਜ਼ਤ ਲੈਂਦੇ ਆ, ਪਰ ਨੈਕਸਟ ਟਾਈਮ ਤੁਹਾਨੂੰ ਫਿਰ ਤੋਂ ਦਰਸ਼ਕਾਂ ਦੇ ਰੂਬਰੂ ਕਰਾਵਾਂਗੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵੀਰ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਵੀ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।